everybody. ਅਸੀਂ ਇੱਥੇ ਅੱਜ ਇਕੱਠੇ ਹੋਏ ਹਾਂ, ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ। ਇਹਦਾ ਸਾਡਾ ਹਮੇਸ਼ਾ ਮੰਤਵ ਇਹਨਾਂ ਚੀਜ਼ਾਂ ਕਰਨ ਦਾ ਹੁੰਦਾ ਹੈ, ਲੋਕਾਂ ਨੂੰ ਜਾਗਰੂਕ ਕਰਨਾ। ਇਹ ਜਾਗਰੂਕਤਾ ਥੋੜ੍ਹੇ ਸਮੇਂ ਦੇ ਵਿੱਚ ਅਸੀਂ ਜਿੰਨਾ ਵੀ ਤੁਹਾਨੂੰ ਦੇ ਸਕਦੇ ਹਾਂ ਆਪਣੀ ਤਰਫ ਦੇ ਵਿਚਾਰ। ਇੱਕ ਤਾਂ ਇਹ ਹੈ ਕਿ ਜਿਹੜੇ ਹਾਰਟ ਦੀਆਂ ਪ੍ਰੋਬਲਮਸ ਸਾਨੂੰ ਪਤਾ ਹੈ ਕਿ ਸਾਰੀਆਂ ਹਾਰਟ ਦੀ ਪ੍ਰੋਬਲਮ ਲੈ ਲਓ ਜਾਂ ਸਟ੍ਰੋਕ ਲੈ ਲਓ ਜਾਂ ਕਿਸੇ ਤਰ੍ਹਾਂ ਦੀਆਂ ਬਹੁਤ ਸਾਰੀਆਂ ਡਿਜ਼ੀਜ਼ ਜਿਹੜੀਆਂ ਹੁੰਦੀਆਂ ਇਹ ਬੇਸਿਕਲੀ ਲਾਈਫ ਸਟਾਈਲ ਪ੍ਰੋਬਲਮਸ ਹੀ ਹੁੰਦੀਆਂ ਹੈ। ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਟੈਂਡੈਂਸੀ ਜ਼ਿਆਦਾ ਰਹਿੰਦੀ ਹੈ ਹਾਰਟ ਅਟੈਕ ਦੀ ਜਾਂ ਐਮਰਜੈਂਸੀ ਜਿੰਨੀ ਵੀ ਹਾਰਟ ਦੀਆਂ ਪ੍ਰੋਬਲਮਸ ਹੈ ਸਰਦੀਆਂ ਦੇ ਮੌਸਮ ਦੇ ਵਿੱਚ ਖਾਸ ਕਰਕੇ ਇਹਨਾਂ ਦਾ ਜਿਹੜਾ ਹੈ ਹਾਰਟ ਦੀਆਂ ਪ੍ਰੋਬਲਮਸ ਵੱਧ ਜਾਂਦੀਆਂ ਹਨ। ਐਮਰਜੈਂਸੀਜ਼ ਜਿਹੜੀ ਹਾਰਟ ਦੀ ਪ੍ਰੋਬਲਮ ਹੈ ਜਿਹੜੀ ਸਟੇਬਲ ਵੀ ਹੁੰਦੀ ਹੈ ਉਹ ਵੀ ਐਮਰਜੈਂਸੀ ਦਾ ਰੂਪ ਅਖਤਿਆਰ ਕਰ ਲੈਂਦੀ ਹੈ। ਬਹੁਤ ਸਾਰੇ ਮਰੀਜ਼ ਹਾਰਟ ਅਟੈਕ ਲੈ ਕੇ ਆਉਂਦੇ ਹਨ। ਬਹੁਤ ਸਾਰੇ ਮਰੀਜ਼ਾਂ ਦੇ ਸਾਹ ਜਿਸ ਤਰ੍ਹਾਂ ਫੁੱਲ ਜਾਂਦੇ ਹਨ, ਐਕਿਊਟ LVF ਹੋ ਜਾਂਦਾ ਹੈ। ਜਦੋਂ ਜਿਹੜਾ ਸਟੇਬਲ ਮਰੀਜ਼ ਹੁੰਦਾ ਹੈ ਉਹ ਵੀ ਅਨਸਟੇਬਲ ਹੋ ਜਾਂਦਾ ਹੈ। ਜਿਹੜੇ ਕੰਜਸਟਿਵ ਹਾਰਟ ਫੇਲੀਅਰ ਦੇ ਮਰੀਜ਼ ਹੁੰਦੇ ਹਨ ਉਹ ਜਿਹੜੇ ਕਰੋਨਿਕ ਚੱਲ ਰਹੇ ਹੁੰਦੇ ਹਨ ਉਹਨਾਂ ਨੂੰ ਇਮੀਡੀਏਟਲੀ ਹੌਸਪੀਟਲ ਦੀ ਜ਼ਰੂਰਤ ਪੈ ਜਾਂਦੀ ਹੈ। ਤਾਂ ਇਹ ਸਾਰਾ ਚੀਜ਼ਾਂ ਅਸੀਂ ਸਰਦੀ ਵਿੱਚ ਦੇਖਦੇ ਹਾਂ। ਐਕਿਊਟ ਹਾਰਟ ਅਟੈਕ, ਐਕਿਊਟ ਸਟ੍ਰੋਕ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਵੱਧ ਜਾਂਦੀਆਂ ਹਨ। ਮੈਂ ਇਹ ਗੱਲ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦਾ ਕਿ ਜਿਹੜੀਆਂ ਸੁਵਿਧਾਵਾਂ ਹੈਗੀਆਂ ਜਿੱਥੇ ਤੱਕ ਦੇਖਿਆ ਜਾਵੇ ਜਿਹੜਾ ਬਠਿੰਡਾ ਰੀਜਨ ਹੈ ਉਹਦੇ ਵਿੱਚ ਸਾਡੇ ਮੈਕਸ ਹੌਸਪੀਟਲ ਨੇ ਬਹੁਤ ਸਾਰੀਆਂ ਅੱਛੀਆਂ ਸੁਵਿਧਾਵਾਂ ਪੇਸ਼ ਕੀਤੀਆਂ ਹਨ। ਖਾਸ ਕਰਕੇ ਸਾਡੇ ਹਾਰਟ ਦੇ ਡਿਪਾਰਟਮੈਂਟ 'ਚ ਅਤੇ ਨਿਊਰੋਲੋਜੀ ਡਿਪਾਰਟਮੈਂਟ ਦੇ ਵਿੱਚ ਉਹਦੇ ਵਿੱਚ ਹੁਣ ਨੂੰ ਮਰੀਜ਼ ਨੂੰ ਕਿਤੇ ਦਿੱਲੀ ਜਾਣ ਦੀ ਜ਼ਰੂਰਤ ਜਾਂ ਕਿਤੇ ਚੰਡੀਗੜ੍ਹ ਜਾਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਬਹੁਤ ਸਾਰੀਆਂ ਮੈਂ ਦੇਖਿਆ ਐਮਰਜੈਂਸੀ ਸਿਚੁਏਸ਼ਨਸ ਦੇ ਵਿੱਚ ਜਦੋਂ ਮਰੀਜ਼ ਦੇ ਮਨ 'ਚ ਹੁੰਦਾ ਹੈ ਸ਼ਾਇਦ ਵਹਿਮ ਹੁੰਦਾ ਹੈ ਕਿ ਇੱਥੇ ਪਤਾ ਨਹੀਂ ਸੁਵਿਧਾ ਹੈ ਕਿ ਨਹੀਂ ਹੈ, ਮੈਂ ਦਿੱਲੀ ਵੱਲ ਨੂੰ ਹੋ ਲੈਂਦਾ, ਮੈਂ ਚੰਡੀਗੜ੍ਹ ਵੱਲ ਨੂੰ ਹੋ ਲੈਂਦਾ। ਰਸਤੇ ਵਿੱਚ ਮਰੀਜ਼ ਦਾ ਸਰੀਰ ਜਿਹੜਾ ਉਹਨੂੰ ਝੇਲ ਨਹੀਂ ਪਾਉਂਦਾ, ਰਸਤੇ 'ਚ ਅਣਹੋਣੀ ਹੋ ਜਾਂਦੀ ਹੈ ਜਿਹੜੀ ਕਿ ਨਹੀਂ ਹੋਣੀ ਚਾਹੀਦੀ, ਜਿਹੜੀ ਕਿ ਬਚਾਈ ਜਾ ਸਕਦੀ ਹੈ। ਅਤੇ ਮੇਰੀ ਇਹੀ ਸਭ ਨੂੰ ਇਹ ਇੱਕ ਰਿਕੁਐਸਟ ਹੈ ਕਿ ਜਿਹੜੀਆਂ ਸੁਵਿਧਾਵਾਂ ਦਿੱਲੀ ਜਾਂ ਵੱਡੇ ਸ਼ਹਿਰਾਂ ਦੇ ਵਿੱਚ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਉਸ ਤੋਂ ਵੀ ਵਧੀਆ ਸੁਵਿਧਾਵਾਂ ਅਸੀਂ ਇੱਥੇ ਤੁਹਾਨੂੰ ਬਠਿੰਡੇ ਵਿੱਚ ਦੇ ਰਹੇ ਹਾਂ। ਤੁਸੀਂ ਇੱਕ ਵਾਰ ਆਓਗੇ ਤਾਂ ਤੁਹਾਨੂੰ ਸਭ ਪਤਾ ਲੱਗ ਜਾਏਗਾ ਔਰ ਰਿਜ਼ਲਟਸ ਹੀ ਸਭ ਕੁਛ ਬੋਲਦੇ ਆ ਅਤੇ ਉਹਦੇ ਨਾਲ ਤੁਹਾਨੂੰ ਆਪੇ ਜਿਹੜੀ ਹੈ ਸੈਟਿਸਫੈਕਸ਼ਨ ਦਾ ਅੰਦਾਜ਼ਾ ਹੋ ਜਾਏਗਾ। ਇਸ ਕਰਕੇ ਜਦੋਂ ਵੀ ਕੋਈ ਐਮਰਜੈਂਸੀ ਸਿਚੁਏਸ਼ਨ ਆਉਂਦੀ ਹੈ ਜਿਵੇਂ ਹਾਰਟ ਦੀ ਕੋਈ ਹਾਰਟ ਅਟੈਕ ਹੁੰਦਾ ਹੈ ਜਾਂ ਸਟ੍ਰੋਕ ਹੁੰਦਾ ਹੈ ਉਸ ਸਮੇਂ ਟਾਈਮ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ। ਜਿਹੜੀ ਵੀ ਇਲਾਜ ਜਿਹੜਾ ਹੈ ਜਿੰਨਾ ਜਲਦੀ ਕਰ ਦਿੱਤਾ ਜਾਵੇ ਓਨਾ ਹੀ ਰਿਜ਼ਲਟ ਚੰਗੇ ਆਉਂਦੇ ਹਨ। ਅਤੇ ਬਹੁਤ ਸਾਰੀਆਂ ਜਾਨਾਂ ਅਸੀਂ ਇਸ ਤਰ੍ਹਾਂ ਇਕੱਠੇ ਮਿਲ ਕੇ ਇੱਕ ਦੂਜੇ ਦੀ ਉੱਤੇ ਯਕੀਨ ਕਰਕੇ ਅਸੀਂ ਬਚਾ ਸਕਦੇ ਹਾਂ। ਗੱਲ ਸਿਰਫ ਇੰਨੀ ਹੈ ਕਿ ਸਾਨੂੰ ਆਪਣੇ ਆਪ 'ਤੇ ਯਕੀਨ, ਕਿਉਂਕਿ ਇਹ ਤੁਹਾਡਾ ਹਸਪਤਾਲ ਤੁਹਾਡਾ ਆਪਣਾ ਘਰ ਵਰਗਾ ਹੈ, ਤੁਹਾਡਾ ਆਪਣਾ ਹਸਪਤਾਲ ਹੈ ਔਰ ਇਹ ਤੁਹਾਡੀ ਆਪਣੀ ਵਿਸਿਨਿਟੀ 'ਚ ਲੱਗਦਾ ਹੈ। ਉਹ ਘਰ ਦੀ ਜਿਵੇਂ ਕਹਿੰਦੇ ਆ ਨਾ ਕਿ ਦਾਲ ਘਰ ਦੀ ਮੁਰਗੀ ਜਿਹੜੀ ਕਹਿੰਦੇ ਜੀ ਦਾਲ ਬਰਾਬਰ ਲੱਗਦੀ ਹੈ, ਅਤੇ ਉਹ ਚੀਜ਼ ਨਾ ਸੋਚਿਆ ਜਾਵੇ। ਇੱਥੇ ਸਭ ਸੁਵਿਧਾਵਾਂ ਅਵੇਲੇਬਲ ਹਨ, ਸਭ ਇਲਾਜ ਵਧੀਆ ਕੀਤੇ ਜਾਂਦੇ ਹਨ, ਬਹੁਤ ਇੰਟੈਲੀਜੈਂਟ ਕੰਸਲਟੈਂਟਸ ਸਾਰੇ ਡਿਪਾਰਟਮੈਂਟਸ ਦੇ ਹਨ। ਅਤੇ ਅਸੀਂ ਨਵੀਆਂ ਚੀਜ਼ਾਂ ਇੱਥੇ ਸ਼ੁਰੂ ਕੀਤੀਆਂ ਜਿਵੇਂ ਕਿ ਅਸੀਂ ਇੱਥੇ ਖਾਸ ਕਰਕੇ ਇੰਟਰਨੈਸ਼ਨਲ ਕਾਰਡੀਓਲੋਜੀ ਦੇ ਵਿੱਚ ਇਹੋ ਜਿਹੀਆਂ ਸੁਵਿਧਾਵਾਂ ਪੂਰੇ ਵਰਲਡ ਦੇ ਵਿੱਚ ਅਵੇਲੇਬਲ ਨਹੀਂ ਹੈ ਜਿਹੜੀ ਸਾਡੇ ਇੱਥੇ ਅਵੇਲੇਬਲ ਹਨ, ਉਹਨਾਂ ਵਿੱਚੋਂ ਅਸੀਂ ਕੁਛ ਸਪੋਰਟਸ ਹੈ, ਐਕਮੋ ਸਪੋਰਟਸ ਆਪਾਂ ਪਹਿਲਾਂ ਕਰਦੇ ਸੀ। ਹੁਣੇ ਇੱਕ ਪੇਸ਼ੈਂਟ ਅਸੀਂ ਕੀਤਾ ਹੈ ਜਿਹੜਾ ਕਿ ਇੱਕ ਇੰਪੈਲਾ ਸਪੋਰਟ ਦੇ ਨਾਲ ਕੀਤਾ ਹੈ, ਜਿਹੜਾ ਕਿ ਮੇਰੇ ਖਿਆਲ ਵਰਲਡ ਦੇ ਵਿੱਚ ਨਵੀਂ ਸੁਵਿਧਾ ਹਾਲੇ ਉਪਲਬਧ ਹੋਈ ਹੈ ਜਿਹੜੀ ਅਸੀਂ ਆਪਣੇ ਇੱਕ ਮਰੀਜ਼ ਨੂੰ ਕਰਕੇ ਅਸੀਂ ਉਹਨੂੰ ਬਚਾਇਆ ਵੀ ਹੈ। ਉਹ ਮਰੀਜ਼ ਵੀ ਅਸੀਂ ਉਸ ਬਾਰੇ ਵੀ ਕਦੀ ਤੁਹਾਡੇ ਨਾਲ ਚਰਚਾ ਕਰਾਂਗੇ, ਉਹਦੇ ਵਿੱਚ ਵੀ ਅਸੀਂ ਉਹ ਮਰੀਜ਼ ਨੂੰ ਬਚਾਇਆ ਹੈ। ਤਾਂ ਇਸ ਤਰ੍ਹਾਂ ਦੀਆਂ ਸਾਡੇ ਕੋਲ ਲੇਟੈਸਟ ਸੁਵਿਧਾਵਾਂ ਜਿਹੜੀਆਂ ਹੈ ਅਵੇਲੇਬਲ ਹਨ। ਯਕੀਨ ਰੱਖੋ, ਸਾਡੇ ਨਾਲ ਚੱਲੋ, ਆਓ ਔਰ ਤੁਹਾਨੂੰ ਪਤਾ ਚੱਲੇਗਾ। ਇੱਕ ਤਾਂ ਜਿਹੜੇ ਲੱਛਣ ਕੀ ਹੁੰਦੇ ਆ ਅਟੈਕ ਦੇ, ਪਲੱਸ ਫਸਟ ਏਡ ਅਸੀਂ ਕੀ ਦੇ ਸਕਦੇ ਹਾਂ ਮਰੀਜ਼ ਨੂੰ
ਕਿਉਂਕਿ ਲੋਕ ਜਦੋਂ ਵੀ ਹਾਰਟ ਅਟੈਕ ਕਿਸੇ ਮਰੀਜ਼ ਨੂੰ ਹੁੰਦਾ ਹੈ, ਤੁਹਾਨੂੰ ਸਭ ਤੋਂ ਇੰਪੋਰਟੈਂਟ ਚੀਜ਼ ਸਭ ਨੂੰ ਪਤਾ ਹੈ ਕਿ ਚੈਸਟ ਪੇਨ, ਛਾਤੀ ਦਾ ਦਰਦ, ਇਹ ਇੱਕ ਸਿਨੋਮ ਮੰਨਿਆ ਜਾਂਦਾ ਹੈ ਕਿ ਵੀ ਹਾਰਟ ਦੀ ਪ੍ਰੋਬਲਮ ਹੋਈ ਤੇ ਛਾਤੀ 'ਚ ਦਰਦ ਹੋਇਆ। ਪਰ ਇਹ ਗੱਲ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਛਾਤੀ 'ਚ ਦਰਦ ਜਿਹੜਾ ਹੈ, ਅਗਰ ਹਾਰਟ ਅਟੈਕ ਹੋਵੇ ਤਾਂ 30 ਤੋਂ 40% ਕੇਸਿਸ 'ਚ ਹੁੰਦਾ ਹੈ। ਬਹੁਤ ਸਾਰੇ ਮਰੀਜ਼ ਇਸ ਨੂੰ ਛਾਤੀ ਦਾ ਦਰਦ ਨਹੀਂ ਸਮਝਦੇ, ਕੁਝ ਦਬਾਅ ਸਮਝਦੇ ਹਨ, ਕੁਝ ਜਿਵੇਂ ਸਮਝਦੇ ਹਨ ਕਿ ਜਿਵੇਂ ਐਸਿਡਿਟੀ ਹੋ ਗਈ, ਜਾਂ ਕੁਝ ਸਮਝਦੇ ਹਨ ਕਿ ਵੈਸੇ ਹੀ ਮੇਰਾ ਮਨ ਘਬਰਾ ਰਿਹਾ ਹੈ। ਅਤੇ ਉਹ ਸਭ ਇਨਸਾਨ ਦੇ ਸੋਚਣ ਦਾ ਤਰੀਕਾ ਅਤੇ ਉਹਦੇ ਸਮਝਣ ਦੇ ਵਿੱਚ ਕਾਫੀ ਫਰਕ ਪੈ ਜਾਂਦਾ ਹੈ। ਕੋਈ ਲੋਕ ਕਹਿੰਦਾ ਹੈ ਮੇਰਾ ਸਾਹ ਫੁੱਲ ਰਿਹਾ ਹੈ, ਕੋਈ ਦਬਾਅ ਕਹਿੰਦਾ ਹੈ, ਕੋਈ ਉਹਨੂੰ ਖਿੱਚ ਕਹਿੰਦਾ ਹੈ, ਕੋਈ ਉਹਨੂੰ ਚੁਬਕ ਕਹਿੰਦਾ ਹੈ। ਅਤੇ ਇਸ ਤਰ੍ਹਾਂ ਦੀਆਂ ਜਿੰਨੇ ਵੀ ਅਨਯੂਜੂਅਲ ਸਿੰਪਟਮਸ ਜਦੋਂ ਹੁੰਦੇ ਹਨ ਤਾਂ ਸਾਨੂੰ ਡਾਕਟਰੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਜਿਹੜੇ ਅਨਯੂਜੂਅਲ ਸਿੰਪਟਮ, ਕਈ ਵਾਰ ਜਿਹੜੀ ਹਾਰਟ ਦੀ ਪੇਨ ਜਾਂ ਜੋ ਸੋ ਕਾਲਡ ਜਿਹੜਾ ਸਾਹ ਫੁੱਲਣਾ ਜਾਂ ਜੋ ਦਬਾਅ ਹੈ, ਉਹ ਕਈ ਵਾਰ ਥੋੜ੍ਹੇ ਸਮੇਂ ਲਈ ਰਹਿੰਦਾ ਹੈ ਕਿ ਮਰੀਜ਼ ਭੁੱਲ ਜਾਂਦਾ ਹੈ ਕਿ 5 ਮਿੰਟ 'ਚ ਹੋਇਆ, ਉਹਦੇ ਜੇ 5 ਮਿੰਟ ਹੋਇਆ ਸੀ ਫਿਰ ਠੀਕ ਹੋ ਗਿਆ। ਅਤੇ ਉਹ ਜਿਹੜੀ ਚੀਜ਼ ਹੈ, ਇਹ ਅਗਰ ਇਨਸਾਨ ਨੂੰ ਥੋੜ੍ਹੇ ਸਮੇਂ ਲਈ ਵੀ ਹੁੰਦੀ ਹੈ, ਉਹਦੇ ਵਿੱਚ ਥੋੜ੍ਹਾ ਹੋ ਸਕਦਾ ਹੈ ਉਹ ਹਾਰਟ ਦੀ ਪ੍ਰੋਬਲਮ, ਕਿਉਂਕਿ ਬਹੁਤ ਸਾਰੇ ਮਰੀਜ਼ ਅਸੀਂ ਰੋਜ਼ ਦੇਖਦੇ ਹਾਂ ਜਿਹੜੇ ਆ ਤਾਂ ਜਾਂਦੇ ਆ ਚੈੱਕ ਕਰਾਉਣ, ਪਰ ਉਹਨਾਂ ਦਾ ਮਨ ਕਨਵਿੰਸ ਨਹੀਂ ਹੁੰਦਾ ਕਿਉਂਕਿ ਉਹਨਾਂ ਨੂੰ ਤਕਲੀਫ ਚੰਗੀ ਤਰ੍ਹਾਂ ਹੋਈ ਨਹੀਂ ਹੁੰਦੀ। ਉਹ ਜਸਟ ਇੱਕ ਇਸ਼ਾਰਾ ਹੋਇਆ ਹੁੰਦਾ ਹੈ। ਜਦੋਂ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਇਸ਼ਾਰਾ ਵੀ ਹੋਇਆ ਹੁੰਦਾ ਹੈ, ਉਹਨੂੰ ਵੀ ਇਗਨੋਰ ਨਹੀਂ ਕਰਨਾ ਚਾਹੀਦਾ, ਉਹਨੂੰ ਵੀ ਜਾਂਚ ਉਸ ਸਮੇਂ ਕਰਾ ਲੈਣੀ ਚਾਹੀਦੀ ਹੈ। ਕਈ ਬੰਦਿਆਂ ਦੇ ਖੱਬੇ ਪਾਸੇ ਬਾਂਹ 'ਚ ਦਰਦ ਹੁੰਦਾ, ਉਹ ਕਹਿੰਦੇ ਵੀ ਇਹ ਜਿਹੜੀ ਛਾਤੀ ਦਾ ਦਰਦ ਹੈ, ਉਹ ਟਿਪੀਕਲੀ ਜਿਹੜਾ ਐਂਜਾਈਨਾ ਜਿਹਨੂੰ ਬੋਲਦੇ ਆ, ਹਾਰਟ ਦੀ ਪ੍ਰੋਬਲਮ ਹੁੰਦੀ ਹੈ, ਉਹ ਦੋਨੋਂ ਬਾਹਾਂ ਦੇ ਵਿੱਚ ਜਾ ਸਕਦਾ ਹੈ, ਜੌਜ਼ ਦੇ ਵਿੱਚ ਜਾ ਸਕਦਾ ਹੈ, ਬੈਕ ਦੇ ਵਿੱਚ ਜਾ ਸਕਦਾ ਹੈ, ਅੱਪਰ ਪਾਰਟ ਆਫ ਐਬਡੋਮਨ ਦੇ ਵਿੱਚ ਵੀ ਜਾ ਸਕਦਾ ਹੈ। ਅਤੇ ਇਹ ਸਾਰੀਆਂ ਹੁੰਦੀਆਂ। ਇਹਦੇ ਨਾਲ ਤੁਹਾਨੂੰ ਸਵੈਟਿੰਗ ਵੀ ਹੋ ਸਕਦੀ ਹੈ, ਵੋਮਿਟਿੰਗ ਵੀ ਹੋ ਸਕਦੀ ਹੈ। ਕਈ ਮਰੀਜ਼ਾਂ ਨੂੰ ਵੋਮਿਟਿੰਗ ਹੁੰਦੀ ਹੈ, ਉਹ ਸਮਝਦੇ ਜੀ ਸਰ ਮੇਰਾ ਜੀ ਪੇਟ ਖਰਾਬ ਹੋ ਗਿਆ, ਮੈਂ ਕੱਲ੍ਹ ਖਾ ਲਿਆ ਸੀ, ਇਹ ਖਾ ਲਿਆ, ਸਾਗ ਖਾ ਲਿਆ ਸੀ। ਬਸ ਆਮ ਪਬਲਿਕ ਲਈ ਕੀ ਫੈਸਿਲਿਟੀਜ਼ ਹੈ? ਜਿਵੇਂ ਆਮ ਲੋਕ ਡਰਦੇ ਆ ਪ੍ਰਾਈਵੇਟ ਹਸਪੀਟਲਾਂ ਜਾਣ 'ਚ, ਜ਼ਿਆਦਾ ਪੀਜੀਆਈ ਨੂੰ ਜਾਂ ਕੋਈ ਸਰਕਾਰੀ ਅਦਾਰਿਆਂ ਨੂੰ, ਮੈਡੀਕਲ ਨੂੰ ਪ੍ਰੈਫਰੈਂਸ ਦਿੰਦੇ ਆ ਵੀ ਜਿਹੜੇ ਆਮ ਲੋਕ ਹੈ ਜਿੰਨਾ ਕੁ ਅਫੋਰਡ ਨਹੀਂ ਕਰਦੇ। ਹਸਪੀਟਲ ਵੱਲੋਂ ਤੁਹਾਡੇ ਕੀ ਉਹਨਾਂ ਨੂੰ ਫੈਸਿਲਿਟੀ ਮਿਲ ਸਕਦੀ ਹੈ, ਕੀ ਉਹਨਾਂ ਨੂੰ ਅੱਗੇ? ਦੇਖੋ ਇਸ ਤਰ੍ਹਾਂ ਹੈ, ਹੁੰਦਾ ਤਾਂ ਹੈ ਹੀ ਹੈ ਕਿਉਂਕਿ ਕਾਰਪੋਰੇਟ ਦੇ ਆਪਣਾ ਇੱਕ ਹਸਪੀਟਲ ਚਲਾਉਣਾ ਹੈ, ਉਹਨੇ ਉਹਦੇ ਆਪਣੇ ਖਰਚੇ ਹੈ, ਉਹ ਸਭ ਖਰਚੇ ਵਗੈਰਾ ਜੋ ਵੀ ਹੈ ਉਹ ਉਹਨਾਂ ਨੂੰ ਕਿਸੇ ਤਰੀਕੇ ਨਾਲ ਪੂਰੇ ਕਰਨੇ ਪੈਂਦੇ ਹਨ। ਇਸ ਤਰ੍ਹਾਂ ਤਾਂ ਨਹੀਂ ਹੋ ਸਕਦਾ ਕਿ ਤੁਸੀਂ ਕਹੋ ਕਿ ਅਸੀਂ ਰੇਟ PGI ਦੇ ਹਿਸਾਬ ਨਾਲ ਰੱਖਦੇ, ਕਿਉਂਕਿ ਉਹ ਸਰਕਾਰੀ ਸੰਸਥਾਵਾਂ ਹੈ, ਸਰਕਾਰ ਨਾਲ ਏਡਡ ਹੁੰਦੀਆਂ ਹਨ। ਪਰ ਇਹ ਜ਼ਰੂਰ ਹੈ ਕਿ ਜਿਹੜੀ ਇੱਕ ਕੇਅਰ ਹੈ ਉਹ ਅਸੀਂ ਡੈਫੀਨੇਟਲੀ ਕਹਿ ਸਕਦੇ ਹਾਂ ਕਿ ਬੈਟਰ ਤਰੀਕੇ ਨਾਲ ਦਿੱਤੀ ਜਾ ਸਕਦੀ ਹੈ, ਕਿਉਂਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਵੈਸੇ ਵੀ ਓਵਰ ਕਰਾਊਡਡ ਹਸਪਤਾਲ ਹੁੰਦੇ ਹਨ, ਡਾਕਟਰ ਹੁੰਦੇ ਹਨ, ਅੱਛੇ ਵੀ ਹੁੰਦੇ ਹਨ, ਪਰ ਉਹ ਇੰਨੀ ਤਵੱਜੋ ਨਹੀਂ ਦੇ ਸਕਦੇ ਜਿੱਦਾਂ ਇੱਥੇ। ਇੱਕ ਤੁਸੀਂ ਯਕੀਨ ਮੰਨੋਗੇ, ਇੱਕ ਮਰੀਜ਼ ਜਿਹੜਾ ਆ ਜਾਂਦਾ ਹੈ, ਉਹਦੇ ਵਿੱਚ ਈਵਨ ਜਿਹੜਾ ਸੀਨੀਅਰ ਤੋਂ ਸੀਨੀਅਰ ਮੋਸਟ ਡਾਕਟਰ ਹੈ, ਉਹ ਰਾਤ ਨੂੰ ਬੈਠ ਕੇ ਮਰੀਜ਼ ਨੂੰ ਟਰੀਟ ਕਰਦਾ ਹੈ। ਇਸ ਤਰ੍ਹਾਂ ਦੀ ਸਥਿਤੀ PGI ਦੇ ਵਿੱਚ ਜਾਂ ਕਿਤੇ ਵੀ ਸਰਕਾਰੀ ਅਦਾਰਿਆਂ 'ਚ, ਮੈਂ ਕੋਈ ਉਹਨਾਂ ਨੂੰ ਬਲੇਮ ਨਹੀਂ ਕਰ ਰਿਹਾ, ਬੱਚੇ ਇਸ ਚੀਜ਼ ਇਹ ਕਹਿ ਰਿਹਾ ਕਿ ਉਹਨਾਂ ਦੀ ਪੋਸੀਬਲ ਹੀ ਨਹੀਂ ਹੈ ਇਸ ਤਰ੍ਹਾਂ ਇੰਨਾ ਜਿਹੜੀ ਕੇਅਰ ਇੱਥੇ ਕੀਤੀ ਜਾ ਸਕਦੀ ਹੈ, ਉਹ ਕੇਅਰ ਸਰਕਾਰੀ ਹਸਪਤਾਲਾਂ ਦੇ ਵਿੱਚ ਨਹੀਂ ਕੀਤੀ ਜਾ ਸਕਦੀ। ਬਾਕੀ ਰਹੀ ਪੈਸੇ ਦੀ ਗੱਲ, ਫਿਰ ਵੀ ਅਸੀਂ ਸਮਝਦੇ ਹਾਂ ਕਿ ਬਹੁਤ ਸਾਰੇ ਲੋਕ ਗਰੀਬ ਹੁੰਦੇ ਹਨ ਜਿਹੜੇ ਨਹੀਂ ਅਫੋਰਡ ਕਰ ਸਕਦੇ। ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿਸੇ ਨਾ ਕਿਸੇ ਤਰ੍ਹਾਂ ਨਾਲ ਉਹਨਾਂ ਨੂੰ ਆਪਣੇ ਨਾਲ ਜੋੜ ਲਿਆ ਜਾਵੇ, ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੀ ਸਹਾਇਤਾ ਕਰਕੇ ਉਹਨਾਂ ਦੇ ਨਾਲ, ਤਾਂ ਕਿ ਉਹਨਾਂ ਦੀ ਪਾਕਟ ਦੇ ਹਿਸਾਬ ਨਾਲ ਉਹਨਾਂ ਦਾ ਇਲਾਜ ਕਰਕੇ ਭੇਜੀਏ। ਹਾਲਾਂਕਿ ਸਾਡੇ ਰੇਟ ਫਿਕਸਡ ਹੁੰਦੇ ਹਨ, ਅਸੀਂ ਜ਼ਿਆਦਾ ਚੇਂਜ ਨਹੀਂ ਕਰ ਸਕਦੇ, ਪਰ ਫਿਰ ਵੀ ਅਸੀਂ ਆਪਣੇ ਵੱਲੋਂ ਜੋ ਵੀ ਹੋ ਸਕਦਾ ਹੈ। ਸਰਕਾਰੀ ਯੋਜਨਾਵਾਂ ਚੱਲਦੀਆਂ ਜਿਵੇਂ ਆਯੁਸ਼ਮਾਨ ਹੈ ਜਾਂ ਕੋਈ ਹੋਰ ਇੱਦਾਂ ਦੀ, ਇਹ ਕੀ ਤੁਹਾਡੇ ਹਸਪੀਟਲ 'ਚ ਫੈਸਿਲਿਟੀ ਹੈ? ਸਾਡੇ ਹਸਪੀਟਲ 'ਚ ਸਾਰੇ ਇੰਸ਼ੋਰੈਂਸ ਕੰਪਨੀਜ਼ ਦੀ ਸਾਰੀ ਫੈਸਿਲਿਟੀ ਹੈ, TPAs ਵਗੈਰਾ ਹੈਗੇ ਆ, ਔਰ ਜਿਹੜੀਆਂ ਜਿਸ ਤਰ੍ਹਾਂ ECHS ਹੈ, ਫੌਜੀਆਂ ਦੇ ਵਾਸਤੇ ਜਿਹੜੀ ਸਰਕਾਰੀ ਸਹੂਲਤ ਦਿੱਤੀ ਜਾਂਦੀ ਹੈ, ਫ੍ਰੀ 'ਚ ਕੀਤਾ ਜਾਂਦਾ ਹੈ। ਇੰਸ਼ੋਰੈਂਸ ਕੰਪਨੀਜ਼ ਦਾ ਫ੍ਰੀ ਦੇ ਵਿੱਚ ਕੀਤਾ ਜਾਂਦਾ ਹੈ। ਇਸੇ ਪ੍ਰਕਾਰ ਜਿਹੜੀਆਂ ਆਯੁਸ਼ਮਾਨ ਸੇਵਾਵਾਂ ਹਾਲੇ ਤੱਕ ਸਾਡੇ ਨਹੀਂ ਸ਼ੁਰੂ ਹੋਈਆਂ, ਕਿਉਂਕਿ ਪਿੱਛੇ ਪੰਜਾਬ 'ਚ ਸਾਰੇ ਹੀ ਬੰਦ ਰਹੀਆਂ ਸੀ, ਸਾਡੇ ਵੀ ਸ਼ੁਰੂ ਨਹੀਂ ਕੀਤੀਆਂ ਗਈਆਂ ਕਿਉਂਕਿ ਪਿੱਛੇ ਪੇਮੈਂਟਸ ਹੀ ਨਹੀਂ ਹੋਈਆਂ ਸੀ ਇਹਨਾਂ ਦੀ। ਹਾਂ, ਦੁਬਾਰਾ ਸ਼ੁਰੂ ਹੋ ਗਈਆਂ, ਪਰ ਸਾਡੇ ਹਾਲੇ ਨਹੀਂ ਸ਼ੁਰੂ ਹੋਈ ਕਿਉਂਕਿ ਪੇਮੈਂਟਸ, ਕਿਉਂਕਿ ਜੇ ਇੱਕ ਪ੍ਰਾਈਵੇਟ ਹਸਪੀਟਲ ਦੀ ਕਿਤੇ ਪੇਮੈਂਟ ਫਸ ਜਾਂਦੀ ਹੈ ਤਾਂ ਫਿਰ ਉਹਨਾਂ ਦਾ ਅੱਗੇ ਰਨ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਆਮ ਦੇਖਿਆ ਗਿਆ ਪਿਛਲੇ ਕਾਫੀ ਸਮੇਂ ਤੋਂ ਯੂਥ ਦੇ ਵਿੱਚ ਹਾਰਟ ਦੀ ਜ਼ਿਆਦਾ ਪ੍ਰੋਬਲਮ ਆ ਰਹੀ, ਵਿਦੇਸ਼ਾਂ ਵਿੱਚ ਵੀ ਤੇ ਇੱਥੇ ਵੀ ਆ ਰਹੀ। ਉਹ ਕੀ ਕਾਰਨ ਰਿਹਾ ਇੱਦਾਂ, ਜਿਹੜੇ ਅੱਜ ਕੱਲ੍ਹ 20 ਸਾਲ ਦੀ ਉਮਰ ਜਾਂ 18 ਸਾਲ ਦੀ ਉਮਰ ਦੇ ਬੱਚੇ ਨੂੰ ਵੀ ਆ ਰਹੀ ਹੈ? ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ, ਹਾਰਟ ਦੀ ਪ੍ਰੋਬਲਮ ਜਾਂ ਬ੍ਰੇਨ ਦੀ ਪ੍ਰੋਬਲਮ, ਇਹ ਜਾਂ ਕੋਈ ਵੀ ਬਿਮਾਰੀ, ਤੁਸੀਂ ਕੈਂਸਰ ਲੈ ਲਓ ਜਾਂ ਕੋਈ ਚੂਲਿਆਂ ਦੀ ਪ੍ਰੋਬਲਮ ਲੈ ਲਓ, ਗੋਡਿਆਂ ਦੀ ਪ੍ਰੋਬਲਮ ਲੈ ਲਓ, ਇਹ ਸਾਰੀਆਂ ਪ੍ਰੋਬਲਮ ਲਾਈਫ ਸਟਾਈਲ ਪ੍ਰੋਬਲਮਸ ਮੰਨੀਆਂ ਜਾਂਦੀਆਂ ਹਨ।
ਜਿਹੜੇ ਜਿਸ ਤਰ੍ਹਾਂ ਦੇ ਲੋਕ ਜਿਹੜੇ ਯੋਗਾ ਕਰਦੇ ਸੀ, ਜਾਂ ਜਿੱਦਾਂ ਅਸੀਂ ਪੁਰਾਣੇ ਜ਼ਮਾਨੇ ਦੇ ਵਿੱਚ ਜ਼ਿਆਦਾ ਐਕਸਰਸਾਈਜ਼ ਕਰਦੇ ਸੀ, ਨਿਤ ਨਿਯਮ ਸੀ, ਜ਼ਿਆਦਾ ਆਫਿਸ 'ਚ ਕੰਮ ਕਰਨ ਵੀ ਜਾਣਾ ਤਾਂ ਵੀ ਚੱਲਦੇ ਹੋਏ ਜਾਣਾ ਹੈ। ਹੁਣ ਹਰ ਚੀਜ਼ ਜਿਹੜੀ ਹੈ ਮਕੈਨੀਕਲ ਹੈ, ਹਰ ਚੀਜ਼ ਅਸੀਂ ਕਾਰ 'ਤੇ ਜਾ ਕੇ ਪੂਰੀ ਕਰ ਦਿੰਦੇ ਹਾਂ, ਹਰ ਚੀਜ਼ ਆਟੋਮੈਟਿਕ ਹੈ, ਬਟਨ ਦਬਾ ਕੇ ਕੰਮ ਹੋ ਜਾਂਦਾ ਹੈ। ਉਹ ਫਿਜ਼ੀਕਲ ਐਕਟੀਵਿਟੀ ਘੱਟ ਜਾਂਦੀ ਹੈ। ਖਾਣ ਪੀਣ ਦਾ ਜਿਹੜਾ ਸਾਡਾ ਸਟਾਈਲ ਵੈਸਟਰਨਾਈਜੇਸ਼ਨ ਜ਼ਿਆਦਾ ਹੋ ਰਹੀ ਹੈ, ਬਰਗਰਸ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੈ, ਫਾਸਟ ਫੂਡ ਜਿਹੜਾ ਹੈ, ਜੰਕ ਫੂਡ ਹੈ, ਉਹਦੀ ਸੇਵਨ ਜ਼ਿਆਦਾ ਹੋ ਰਿਹਾ ਹੈ। ਔਰ ਮੈਂਟਲ ਟੈਨਸ਼ਨਸ ਦਾ ਬਹੁਤ ਵੱਡਾ ਰੋਲ ਹੈ ਮੇਰੇ ਹਿਸਾਬ ਨਾਲ, ਕਿ ਅੱਜ ਦੀ ਜ਼ਿੰਦਗੀ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਵੀ, 20 ਸਾਲ ਦੇ ਬੱਚੇ ਨੂੰ ਵੀ ਆਪਣੀ ਕੈਰੀਅਰ ਦੇ ਪਿੱਛੇ, ਜਾਂ ਜੋ ਵੀ ਕਹਿ ਲਓ, ਕਈ ਤਰ੍ਹਾਂ ਦੀਆਂ ਮਾਨਸਿਕ ਤਣਾਅ ਜਿਹੜੇ ਅਸੀਂ ਡਿਵੈਲਪ ਕੀਤੇ ਹੋਏ, ਅੱਜ ਤੱਕ ਦੀ ਜ਼ਿੰਦਗੀ ਦਾ ਸਟਾਈਲ ਹੀ ਇਸ ਤਰ੍ਹਾਂ ਦਾ ਹੋ ਗਿਆ ਹੈ। ਤਾਂ ਜਿਹਨੂੰ ਇਹ ਪ੍ਰੋਬਲਮ ਹੁੰਦੀ ਆ ਤੇ ਉਹਦੇ ਲਈ ਫਸਟ ਏਡ ਕੀ ਹੈ ਵੀ ਉਹ ਆਪ ਘਰੇਲੂ ਕੀ ਇੱਕਦਮ ਉਹਨੂੰ ਉਪਚਾਰ ਕਰ ਸਕਦੇ ਜਦੋਂ ਹਾਰਟ ਅਟੈਕ ਹੋਵੇ ਤਾਂ ਸਭ ਤੋਂ ਪਹਿਲਾਂ ਤਾਂ ਥੋੜ੍ਹਾ ਸਾ ਰੈਸਟ ਮੋਡ ਦੇ ਵਿੱਚ ਚਲਾ ਜਾਣਾ ਚਾਹੀਦਾ ਹੈ ਮਰੀਜ਼ ਨੂੰ। ਦੂਸਰੀ ਗੱਲ, ਜਿਹੜੀਆਂ ਮੋਟੀਆਂ ਗੋਲੀਆਂ ਅਸੀਂ ਦੱਸਦੇ ਹਾਂ, ਡਿਸਪਰਿਨ ਦੀ ਗੋਲੀ ਹੁੰਦੀ ਹੈ, ਇੱਕ ਕਲੋਪੀਡੋਗਰਲ ਦੀ ਗੋਲੀ ਹੁੰਦੀ ਹੈ, ਉਹਦਾ ਸੇਵਨ ਕੀਤਾ ਜਾ ਸਕਦਾ ਹੈ। ਇੱਕ ਕਫਿੰਗ ਦੀ ਟੈਕਨੀਕ ਹੁੰਦੀ ਹੈ, ਜਿਵੇਂ ਖਾਂਸੀ ਕਰਦੇ ਆ ਇਸ ਤਰ੍ਹਾਂ ਫਰੀਕੁਐਂਟਲੀ ਕਰਦਾ ਰਹੇ। ਇਹਨੂੰ ਇੱਕ ਇਸ ਦੇ ਤੌਰ 'ਤੇ ਦੇਖਿਆ ਜਾਂਦਾ, ਜਦੋਂ ਹਾਰਟ ਦੀ ਗਤੀ ਇੱਕਦਮ ਵਿਗੜ ਜਾਵੇ ਤਾਂ ਉਹਨੂੰ ਰੋਕਣ 'ਚ ਮਦਦ ਕਰਦਾ ਹੈ, ਸਡਨ ਡੈਥ ਨੂੰ ਇਹ ਪ੍ਰੀਵੈਂਟ ਕਰਦਾ ਹੈ। ਅਤੇ ਇਮੀਡੀਏਟਲੀ ਜਿਹੜੀ ਹੈ ਫਸਟ ਏਡ ਤੁਹਾਨੂੰ ਡਾਕਟਰ ਨੂੰ ਰਸ਼ ਕਰਨਾ ਚਾਹੀਦਾ। ਗੁੱਡ ਆਫਟਰਨੂਨ ਸਾਰਿਆਂ ਨੂੰ। ਮੇਰਾ ਨਾਮ ਡਾਕਟਰ ਪੱਲਵ ਜੈਨ ਹੈ ਅਤੇ ਮੈਂ ਮੈਕਸ ਸੁਪਰ ਸਪੈਸ਼ਲਿਟੀ ਹਸਪੀਟਲ ਬਠਿੰਡਾ ਦੇ ਵਿੱਚ ਨਿਊਰੋਲੋਜੀ ਵਿਭਾਗ ਦੇ ਵਿੱਚ ਕੰਸਲਟੈਂਟ ਦੇ ਤੌਰ 'ਤੇ ਕੰਮ ਕਰ ਰਹੇ ਹਾਂ ਪਿਛਲੇ ਕਾਫੀ ਸਮੇਂ ਤੋਂ। ਅਤੇ ਜਿਵੇਂ ਸਰ ਨੇ ਪਹਿਲਾਂ ਹੀ ਦੱਸਿਆ ਵੀ ਆਪਾਂ ਕੋਈ ਵੀ ਪ੍ਰੈਸ ਕਾਨਫਰੰਸ ਕਰਦੇ ਹਾਂ ਅਤੇ ਆਪਣਾ ਮੇਨ ਮੁੱਦਾ ਇਹ ਰਹਿੰਦਾ ਕਿ ਆਪਾਂ ਪਬਲਿਕ ਨੂੰ ਜ਼ਿਆਦਾ ਤੋਂ ਜ਼ਿਆਦਾ ਜਾਗਰੂਕ ਕਰ ਸਕੀਏ। ਅਤੇ ਅੱਜ ਮੈਂ ਕੋਸ਼ਿਸ਼ ਕਰੂੰਗਾ ਕਿ ਤੁਹਾਨੂੰ ਜਿਹੜੀ ਨਿਊਰੋਲੋਜੀ ਦੇ ਰਿਲੇਟਿਡ ਐਮਰਜੈਂਸੀ ਹੁੰਦੀਆਂ ਨੇ ਉਹ ਆਪਾਂ ਲੋਕਾਂ ਨੂੰ ਦੱਸ ਸਕੀਏ। ਅਤੇ ਸਪੈਸੀਫਿਕਲੀ ਮੈਂ ਲਕਵੇ 'ਤੇ ਫੋਕਸ ਕਰਾਂਗਾ, ਕਿਉਂਕਿ ਠੰਡ ਦਾ ਮੌਸਮ ਹੈ ਅਤੇ ਠੰਡ ਦੇ ਵਿੱਚ ਆਮ ਤੌਰ 'ਤੇ ਸਟ੍ਰੋਕ, ਲਕਵਾ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਵੱਧ ਜਾਂਦਾ। ਮੋਟੇ ਤੌਰ 'ਤੇ 3 ਜਾਂ 4 ਐਮਰਜੈਂਸੀ ਹੁੰਦੀਆਂ ਨਿਊਰੋਲੋਜੀ ਦੇ ਵਿੱਚ, ਜਿਵੇਂ ਲਕਵਾ ਆ ਜਾਣਾ, ਜਾਂ ਦੌਰਾ ਆ ਜਾਣਾ ਜਿਹਨੂੰ ਆਪਾਂ ਮਿਰਗੀ ਦਾ ਦੌਰਾ ਕਹਿੰਦੇ ਹਾਂ, ਜਾਂ ਮਰੀਜ਼ ਦਾ ਬੇਹੋਸ਼ੀ ਦੀ ਹਾਲਾਤ ਦੇ ਵਿੱਚ ਆਉਣਾ। ਅਤੇ ਸਾਡੇ ਹਸਪਤਾਲ ਦੇ ਵਿੱਚ ਵੀ ਹੈਵ 24/7 ਐਮਰਜੈਂਸੀ ਐਂਡ ਵੀ ਹੈਵ ਅ ਡੈਡੀਕੇਟਿਡ ਨਿਊਰੋ ICU ਸਾਡੇ ਹਸਪਤਾਲ ਦੇ ਵਿੱਚ ਹੈਗਾ, ਜੋ ਇਸ ਤਰ੍ਹਾਂ ਦੀ ਐਮਰਜੈਂਸੀ ਸਿਚੁਏਸ਼ਨ ਨੂੰ ਟੈਕਲ ਕਰਨ ਵਾਸਤੇ ਪੂਰੀ ਤਰ੍ਹਾਂ ਸੁਵਿਧਾ ਨਾਲ ਲੈਸ ਹੈ, ਸਾਰਾ ਪ੍ਰਬੰਧ ਹੈਗਾ। ਦੈਨ ਸਪੈਸੀਫਿਕਲੀ ਜੇ ਆਪਾਂ ਸਟ੍ਰੋਕ ਜਾਂ ਲਕਵੇ 'ਤੇ ਆਈਏ, ਅਤੇ ਆਮ ਤੌਰ ਦੇ ਵਿੱਚ ਸਰਦੀਆਂ ਦੇ ਵਿੱਚ ਸਟ੍ਰੋਕ ਜਾਂ ਲਕਵਾ ਵੱਧ ਜਾਂਦਾ ਹੈ, ਅਤੇ ਮੈਂ ਦੇਖਿਆ ਆਮ ਲੋਕਾਂ ਦੇ ਵਿੱਚ ਇਹਦੇ ਪ੍ਰਤੀ ਬਹੁਤ ਹੀ ਘੱਟ ਅਵੇਅਰਨੈਸ ਹੈ। ਅਤੇ ਕਿਉਂਕਿ ਇਨੀਸ਼ੀਅਲ ਜਿਹੜਾ ਅਸੀਂ ਗੋਲਡਨ ਪੀਰੀਅਡ ਕਹਿੰਦੇ ਹਾਂ, 4.5 ਘੰਟੇ ਦੇ ਵਿੱਚ ਜੇ ਆਪਾਂ ਮਰੀਜ਼ ਨੂੰ ਇੱਕ ਸਟ੍ਰੋਕ ਰੈਡੀ ਹਸਪੀਟਲ ਦੇ ਵਿੱਚ ਲੈ ਆਈਏ ਤਾਂ ਉਹਦਾ ਜਿਹੜਾ ਲਕਵਾ ਹੈ ਉਹਨੂੰ ਕਾਫੀ ਹੱਦ ਤੱਕ ਠੀਕ ਕੀਤਾ ਜਾ ਸਕਦਾ, ਰਿਵਰਸ ਕੀਤਾ ਜਾ ਸਕਦਾ ਹੈ, ਜਿਹਦੇ ਨਾਲ ਆਉਣ ਵਾਲੇ ਸਮੇਂ 'ਚ ਜਿਹੜੀ ਮਰੀਜ਼ ਨੂੰ ਡਿਸੇਬਿਲਿਟੀ ਹੋਣੀ ਹੈ, ਜਿਹੜੀ ਕਿ ਉਹਦੇ ਉੱਤੇ ਅਤੇ ਉਹਦੀ ਮੋਸਟ ਆਫ ਆਲ ਉਹਦੀ ਫੈਮਿਲੀ ਉੱਤੇ ਇੱਕ ਬਹੁਤ ਹੀ ਵੱਡਾ ਫਿਜ਼ੀਕਲ, ਇਮੋਸ਼ਨਲ ਅਤੇ ਫਾਈਨੈਂਸ਼ੀਅਲ ਬਰਡਨ ਹੋ ਸਕਦਾ ਹੈ, ਉਹਨੂੰ ਆਪਾਂ ਅੱਜ ਕੱਲ੍ਹ ਇਲਾਜ ਉਪਲਬਧ ਨੇ ਜਿਹਦੇ ਨਾਲ ਆਪਾਂ ਉਹਨੂੰ ਕਾਫੀ ਹੱਦ ਤੱਕ ਠੀਕ ਕਰ ਸਕਦੇ ਹਾਂ। ਆਮ ਤੌਰ 'ਤੇ ਲੋਕਾਂ ਦੇ ਵਿੱਚ ਇਹ ਅਵੇਅਰਨੈਸ ਨਹੀਂ ਹੈ, ਅਤੇ ਜਿਹੜੇ ਆਮ ਤੌਰ 'ਤੇ ਸਾਡੇ ਕੋਲ ਲੋਕ ਆਉਂਦੇ ਨੇ ਉਹ 4.5 ਘੰਟੇ ਜਿਹੜਾ ਗੋਲਡਨ ਪੀਰੀਅਡ ਹੈ ਉਹਦੇ ਬਾਅਦ ਆਉਂਦੇ ਨੇ। ਹਾਲਾਂਕਿ ਹੁਣ ਅਵੇਅਰਨੈਸ ਕਿਉਂਕਿ ਵੱਧ ਰਹੀ ਹੈ ਅਤੇ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਵੱਖ-ਵੱਖ ਥਾਵਾਂ 'ਤੇ ਜਾ ਕੇ ਇਹ ਚੀਜ਼ ਦੱਸਣ ਦੀ। ਇਨੀਸ਼ੀਅਲੀ 4.5 ਘੰਟਿਆਂ ਦੇ ਵਿੱਚ ਜੇ ਆਪਣੇ ਕੋਲ ਮਰੀਜ਼ ਆਉਂਦਾ ਹੈ ਤਾਂ ਉਹਨੂੰ ਇੱਕ ਖੂਨ ਪਤਲੇ ਦਾ ਟੀਕਾ ਲੱਗ ਸਕਦਾ ਹੈ, ਜਿਹਨੂੰ ਥ੍ਰੋਮਬੋਲਿਸਿਸ ਟੈਕਨੀਕ ਕਹਿੰਦੇ ਆ। ਅਤੇ ਉਹ ਟੀਕਾ ਲਾਉਣ ਤੋਂ ਬਾਅਦ ਮਰੀਜ਼ ਦਾ ਜਿਹੜਾ ਕਲੌਟ ਹੈ, ਆਮ ਭਾਸ਼ਾ ਜੇ ਆਪਾਂ ਕਹੀਏ ਤਾਂ ਘੁੱਲ ਸਕਦਾ, ਅਤੇ ਉਹਦੇ ਨਾਲ ਜਿਹੜਾ ਬ੍ਰੇਨ ਦਾ ਹਿੱਸਾ ਜਿਹੜਾ ਡੈੱਡ ਹੋ ਰਿਹਾ, ਕਿਉਂਕਿ ਖੂਨ ਨਹੀਂ ਪਹੁੰਚ ਰਿਹਾ ਅਤੇ ਉਹ ਹਿੱਸਾ ਡੈੱਡ ਹੋ ਰਿਹਾ, ਉਹ ਕਲੌਟ ਘੋਲ ਕੇ ਉਹ ਹਿੱਸੇ ਨੂੰ ਦੁਬਾਰਾ ਖੂਨ ਦੀ ਜਿਹੜੀ ਗਤੀ ਹੈ ਉਹ ਬਣਾਈ ਜਾ ਸਕਦੀ ਹੈ, ਅਤੇ ਉਹਦੇ ਨਾਲ ਜਿਹੜਾ ਹਿੱਸਾ ਡੈੱਡ ਹੋਣਾ ਹੈ ਉਹਨੂੰ ਕਾਫੀ ਹੱਦ ਤੱਕ ਰੋਕਿਆ ਜਾ ਸਕਦਾ, ਅਤੇ ਇਹਦੇ ਨਾਲ ਜਿਹੜਾ ਲਕਵਾ ਹੈ ਉਹਨੂੰ ਕਾਫੀ ਹੱਦ ਤੱਕ ਅੱਗੇ ਵਧਣ ਤੋਂ ਰੋਕਿਆ ਜਾ ਸਕਦਾ ਹੈ। ਕਈ ਕੇਸਿਸ 'ਚ ਰਿਵਰਸ ਵੀ ਕੀਤਾ ਜਾ ਸਕਦਾ, ਉਹ ਕੇਸ ਟੂ ਕੇਸ ਡਿਪੈਂਡ ਕਰਦਾ। ਅਤੇ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ ਆਪਾਂ ਇਸ ਪ੍ਰਤੀ ਆਪਾਂ ਇਹ ਜਾਗਰੂਕਤਾ ਫੈਲਾਈਏ। ਹੁਣ ਮੇਨ ਪ੍ਰਸ਼ਨ ਕਈ ਵਾਰ ਇਹ ਆਉਂਦਾ ਵੀ 2 ਕੁਐਸਚਨ ਕਿ ਲਕਵੇ ਨੂੰ ਪਛਾਣਿਆ ਕਿਵੇਂ ਜਾਵੇ, ਤਾਂ ਉਹਦੇ ਵਾਸਤੇ ਇੱਕ ਐਕਰੋਨਿਮ ਜਿਹਨੂੰ ਅਸੀਂ ਬੀ ਫਾਸਟ ਕਹਿੰਦੇ ਹਾਂ, 4-5 ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਜਿਵੇਂ ਇੱਕੋ ਦਮ, ਸਭ ਤੋਂ ਪਹਿਲੀ ਗੱਲ ਹੈ ਇੱਕੋ ਦਮ ਜੇ ਮਰੀਜ਼ ਦਾ ਬੈਲੈਂਸ ਵਿਗੜਦਾ ਹੈ, ਜੇ ਮਰੀਜ਼ ਨੂੰ ਬੀ ਫॉर ਬੈਲੈਂਸ ਹੈ ਨਾ ਕਹਿੰਦੇ ਆ, ਈ ਫॉर ਜੇ ਮਰੀਜ਼ ਦੀ ਅੱਖਾਂ ਨੂੰ ਇੱਕੋ ਦਮ ਰੋਸ਼ਨੀ ਘੱਟ ਹੁੰਦੀ ਹੈ, ਐਫ ਫॉर ਫੇਸ ਜੇ ਉਹਦਾ ਫੇਸ ਟੇਢਾ ਹੁੰਦਾ ਹੈ ਇੱਕੋ ਦਮ, ਆਮ ਯਾਨੀ ਕਿ ਜਿਹੜਾ ਉਹਦਾ ਹੱਥ ਹੈ ਉਹਨੂੰ ਚੁੱਕਣ 'ਚ ਦਿੱਕਤ ਆਉਂਦੀ ਹੈ, ਸਪੀਚ ਯਾਨੀ ਕਿ ਉਹਨੂੰ ਇੱਕੋ ਦਮ
ਬੋਲਣ 'ਚ ਦਿੱਕਤ ਆਉਂਦੀ ਹੈ, ਤੁਤਲਾ ਬੋਲਦਾ ਤੇ T for time ਮੀਨਸ ਇਨੀਸ਼ੀਅਲੀ ਐਜ਼ अर्ਲੀ ਐਜ਼ ਪੋਸੀਬਲ 4.5 ਘੰਟਿਆਂ ਦੇ ਵਿੱਚ। ਜੇ ਆਪਾਂ ਇਹ ਲੱਛਣਾਂ ਨੂੰ ਧਿਆਨ ਨਾਲ ਦੇਖਾਂਗੇ, ਕੋਈ ਵੀ ਫੈਮਿਲੀ ਮੈਂਬਰ ਜਾਂ ਕੋਈ ਵੀ ਨਾਲ ਦਾ ਬੰਦਾ ਜੇ ਉਹ ਇਹ ਚੀਜ਼ਾਂ ਨੂੰ ਪਛਾਣ ਸਕੇ ਤਾਂ ਉਹਨੂੰ ਸਮਝਣਾ ਚਾਹੀਦਾ ਵੀ ਇਹ ਚੀਜ਼ ਲਕਵਾ ਹੋ ਸਕਦੀ ਹੈ। ਤੇ ਜੇ ਉਹਨੂੰ ਲੱਗਦਾ ਹੈ ਕਿ ਇਹ ਚੀਜ਼ ਲਕਵਾ ਹੈਗੀ ਹੈ, ਸਟ੍ਰੋਕ ਆਇਆ ਹੈ ਉਹਦੇ ਪੇਸ਼ੈਂਟ ਨੂੰ, ਤੇ ਉਹਨੂੰ ਨਾਲ ਦੇ ਨਾਲ ਕਿਸੇ ਵੀ ਸਟ੍ਰੋਕ ਰੈਡੀ ਹਸਪੀਟਲ ਦੇ ਵਿੱਚ ਲੈ ਕੇ ਜਾਣਾ ਚਾਹੀਦਾ ਤਾਂ ਕਿ ਉਹਦਾ ਸਹੀ ਇਲਾਜ ਹੋ ਸਕੇ। ਨਹੀਂ ਤੇ ਹੋਰ ਵੀ ਕੋਈ ਪ੍ਰੋਬਲਮ ਆ ਜਾਂਦੀ ਜਿੱਦਾਂ ਕਿਸੇ ਨੂੰ ਬੈਠੇ ਬੈਠੇ ਚੱਕਰ ਆ ਗਿਆ ਜਾਂ ਬੈਠ ਦੌਰਾ ਪੈ ਗਿਆ ਜੀ? ਹਾਂਜੀ ਹਾਂਜੀ, ਮੈਂ ਉਹੀ ਦੱਸਿਆ ਨਾ, ਨਿਊਰੋ ਦੇ ਵਿੱਚ ਜਿਹੜੀ ਇੱਕੋ ਦਮ ਐਮਰਜੈਂਸੀ ਸਿਚੁਏਸ਼ਨਸ ਨੇ, ਉਹਨੇ ਸਟ੍ਰੋਕ ਆਉਣਾ, ਇੱਕੋ ਦਮ ਆਪਣਾ ਦੌਰਾ ਪੈਣਾ, ਜਿਵੇਂ ਕੋਈ ਮਿਰਗੀ ਦਾ ਦੌਰਾ, ਜਿਵੇਂ ਆਪਾਂ ਸਮਝ ਆਪ ਦੇਖਦੇ ਹੀ ਹਾਂ, ਤੇ ਮਰੀਜ਼ ਦਾ ਬੇਹੋਸ਼ ਹੋਣਾ, ਇਹ ਕਾਮਨ ਐਮਰਜੈਂਸੀ ਸਿਚੁਏਸ਼ਨਸ ਨੇ ਨਿਊਰੋਲੋਜੀ ਦੇ ਵਿੱਚ। ਛੋਟੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਹੈ, ਮਤਲਬ ਉਹਨਾਂ ਨੂੰ ਫੀਵਰ ਹੋ ਗਿਆ, ਮਾਈਂਡ ਨੂੰ ਫੀਵਰ ਹੋ ਗਿਆ ਤੇ ਉਹ ਬੇਹੋਸ਼ ਹੋ ਜਾਂਦੇ, ਕਿ ਇਹ ਵੀ ਨਿਊਰੋਲੋਜੀ? ਬਿਲਕੁਲ ਬਿਲਕੁਲ ਜੀ, ਇਹ ਬਿਲਕੁਲ ਹੀ ਨਿਊਰੋਲੋਜੀ ਨਾਲ ਸੰਬੰਧਿਤ ਹੈ। ਆਮ ਤੌਰ ਤੇ ਬੁਖਾਰ ਹੋਣ ਤੋਂ ਬਾਅਦ, ਜੇ ਆਪਾਂ ਆਮ ਭਾਸ਼ਾ 'ਚ ਕਹੀਏ ਤਾਂ ਬੁਖਾਰ ਦਿਮਾਗ ਨੂੰ ਚੜ੍ਹ ਜਾਂਦਾ, ਜਿਹਨੂੰ ਅਸੀਂ ਮੈਨੇਜਾਈਟਸ ਜਾਂ ਟੈਕਨੀਕਲ ਟਰਮ 'ਚ ਐਨਸੈਫਲਾਈਟਿਸ ਕਹਿੰਦੇ, ਮੀਨਸ ਦਿਮਾਗੀ ਬੁਖਾਰ। ਤੇ ਉਹਦੇ ਵਿੱਚ ਬੱਚਾ ਬੇਹੋਸ਼ ਹੋ ਜਾਂਦਾ, ਉਹਦੇ ਵਿੱਚ ਬੱਚੇ ਨੂੰ ਬੇਹੋਸ਼ੀ ਦੇ ਨਾਲ ਦੌਰੇ ਵੀ ਆ ਜਾਂਦੇ ਆ, ਤੇ ਇੱਕ ਨਿਊਰੋਲੋਜੀਕਲ ਐਮਰਜੈਂਸੀ ਹੈਗੀ ਹੈ। ਕਿਉਂਕਿ ਦਿਮਾਗ ਦੀ ਇਨਫੈਕਸ਼ਨ ਆਪਾਂ ਜਿੰਨੀ ਜਲਦੀ ਠੀਕ ਕਰਾਂਗੇ, ਉਹਨੂੰ ਪਛਾਣਾਂਗੇ ਤੇ ਫਿਰ ਉਹਨੂੰ ਠੀਕ ਕਰਾਂਗੇ, ਤਾਂ ਉਹਦੇ ਨਾਲ ਫਿਊਚਰ ਦੇ ਵਿੱਚ ਬੱਚੇ ਨੂੰ ਜਿਹੜੀ ਕੋਈ ਮਾਨਸਿਕ ਕਮਜ਼ੋਰੀ ਰਹਿ ਸਕਦੀ ਹੈ ਉਹ ਬਚਾਈ ਜਾ ਸਕਦੀ ਹੈ। ਇਹ ਸਾਰੇ ਦੌਰੇ ਕਿੰਨੀ ਕੁ ਤਰ੍ਹਾਂ ਦੇ ਹੁੰਦੇ ਜੀ? ਦੇਖੋ, ਦੌਰੇ ਕਈ ਤਰ੍ਹਾਂ ਦੇ ਹੁੰਦੇ ਆ। ਇਹਦੇ ਵਿੱਚ ਇੱਕ ਤਾਂ ਹੁੰਦਾ ਜਿਵੇਂ ਚਾਰੋਂ ਹੱਥ ਪੈਰ ਮਰੀਜ਼ ਦੇ ਕੰਬ ਰਹੇ ਹੁੰਦੇ ਆ ਨਾ, ਜਿਹਨੂੰ ਜਨਰਲਾਈਜ਼ਡ ਟੋਨਿਕ ਕਲੋਨਿਕ ਸੀਜ਼ਰ ਕਹਿੰਦੇ ਆ, ਹੈ ਨਾ। ਕਈ ਦੌਰੇ ਇਸ ਤਰ੍ਹਾਂ ਦੇ ਹੁੰਦੇ ਆ ਜੇ ਮਰੀਜ਼ ਦੇ ਹੱਥ ਪੈਰ ਨਹੀਂ ਕੰਬਦੇ, ਲੇਕਿਨ ਮਰੀਜ਼ ਸਿਰਫ ਤੇ ਸਿਰਫ ਇੰਪੇਅਰਮੈਂਟ ਆਫ ਕੌਨਸ਼ੀਅਸਨੈਸ ਹੁੰਦੀ ਹੈ, ਮੀਨਸ ਬਿਲਕੁਲ ਹੀ ਕੁਝ ਸਮੇਂ ਪਿੱਛੇ ਮਰੀਜ਼ ਇੱਕੋ ਦਮ ਸੁੰਨ ਹੋ ਜਾਂਦਾ, ਉਹ ਕਿਸੇ ਚੀਜ਼ ਦਾ ਜਵਾਬ ਨਹੀਂ ਦਿੰਦਾ, ਤੇ ਉਸ ਤੋਂ ਬਾਅਦ ਉਹ ਦੁਬਾਰਾ ਆਪਦੀ ਪੁਰਾਣੀ ਸਥਿਤੀ ਜਾਂਦਾ, ਜਿਹਨੂੰ ਐਬਸੈਂਟ ਸੀਜ਼ਰ ਕਹਿੰਦੇ ਆ। ਜਾਂ ਕਈ ਵਾਰ ਸਿਰਫ ਇਨਸਾਨ ਦਾ ਇੱਕ ਹੱਥ ਹੀ ਸਿਰਫ ਹਿੱਲ ਰਿਹਾ ਹੁੰਦਾ ਜਾਂ ਇੱਕ ਪੈਰ ਹੀ ਹਿੱਲ ਰਿਹਾ ਹੁੰਦਾ, ਜਿਹਨੂੰ ਫੋਕਲ ਸੀਜ਼ਰ ਕਹਿੰਦੇ ਆ। ਅੱਡ ਅੱਡ ਤਰ੍ਹਾਂ ਦੇ ਦੌਰੇ ਹੁੰਦੇ ਆ, ਅੱਡ ਅੱਡ ਤਰ੍ਹਾਂ ਦਾ ਉਹਨਾਂ ਦਾ ਇਲਾਜ ਹੈਗਾ, ਠੀਕ ਹੈ। ਤੇ ਉਹ ਬੈਸਟ ਹੈ ਕਿ ਜਦੋਂ ਵੀ ਕਿਸੇ ਮਰੀਜ਼ ਨੂੰ ਇਸ ਤਰ੍ਹਾਂ ਦੀ ਤਕਲੀਫ ਆਉਂਦੀ ਹੈ ਤਾਂ ਉਹਨੂੰ ਇੱਕ ਨਿਊਰੋਲੋਜਿਸਟ ਨੂੰ ਦਿਖਾ ਕੇ ਉਹਨੂੰ ਇਵੈਲੂਏਟ ਕਰਾ ਕੇ ਉਹਦਾ ਇਲਾਜ ਚਾਲੂ ਕੀਤਾ ਜਾ ਸਕਦਾ। ਸਰ, ਇੱਕ ਜਿਵੇਂ ਮਿਰਗੀ ਦੇ ਦੌਰੇ ਵਾਸਤੇ ਪਹਿਲਾਂ 3 ਸਾਲ ਦਵਾਈ ਦਿੱਤੀ ਜਾਂਦੀ ਸੀ, ਕਿ ਉਹ ਉਨੇ ਚੱਲਦੀ ਹੈ, ਕੋਈ ਨਵੀਂ ਆਈ ਹੈ ਵੀ ਘੱਟ ਟਾਈਮ 'ਚ ਉਹ ਗਾਰਡੀਅਨ ਵਗੈਰਾ ਦਿੰਦੇ? ਦੇਖੋ, ਇਹ ਜਿਹੜਾ 3 ਸਾਲ ਦਾ ਕੰਸੈਪਟ ਹੈ ਉਹ ਇੱਕ ਆਮ ਭਾਸ਼ਾ 'ਚ ਸਮਝਾਉਣ ਵਾਲੀ ਗੱਲ ਹੈ, ਲੇਕਿਨ ਹਰੇਕ ਮਿਰਗੀ ਦੇ ਦੌਰੇ ਦੀ ਕੋਈ 3 ਸਾਲ ਦਵਾਈ ਨਹੀਂ ਚੱਲਦੀ। ਮਿਰਗੀ ਦੇ ਦੌਰੇ ਦੇ ਬਹੁਤ ਅੱਡ ਅੱਡ ਤਰ੍ਹਾਂ ਦੀ ਕਿਸਮ ਹੁੰਦੀ ਹੈ। ਉਹ ਦੌਰਾ ਕਿਸ ਕਿਸਮ ਦਾ, ਜਿਵੇਂ ਇਹਨਾਂ ਨੇ ਪਹਿਲਾਂ ਪੁੱਛਿਆ, ਉਹ ਦੌਰਾ ਕਿਉਂ ਆਇਆ ਹੈ, ਕੋਈ ਅੰਡਰਲਾਈਨ ਉਹਦਾ ਕੌਜ਼ ਹੈ, ਜਿਵੇਂ ਕੋਈ ਮੰਨ ਲਓ ਦਿਮਾਗੀ ਬੁਖਾਰ ਸੀ ਤੇ ਉਸ ਤੋਂ ਬਾਅਦ ਦੌਰੇ ਆ ਰਿਹਾ, ਜਾਂ ਮਰੀਜ਼ ਨੂੰ ਲਕਵਾ ਸੀਗਾ ਉਸ ਤੋਂ ਬਾਅਦ ਦੌਰੇ ਆ ਰਿਹਾ, ਜਾਂ ਸਿਰ ਦੀ ਸੱਟ ਲੱਗੀ ਸੀ ਉਸ ਤੋਂ ਬਾਅਦ ਦੌਰੇ ਆ ਰਿਹਾ, ਜਾਂ ਮੋਸਟ ਆਫ ਦਾ ਕੇਸਿਸ 'ਚ ਕੋਈ ਕਾਰਨ ਨਹੀਂ ਹੋਣਾ, ਜਿਹਨੂੰ ਆਪਾਂ ਇਡੀਓਪੈਥੀ ਕਹਿੰਦੇ ਆ। ਤਾਂ ਉਹ ਪਹਿਲਾਂ ਕਾਰਨ ਪਛਾਣਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਦਵਾਈ ਦਿੱਤੀ ਜਾਂਦੀ ਹੈ। ਇਹ ਜੈਨੇਟਿਕ ਵੀ ਹੁੰਦਾ ਜੀ? ਬਿਲਕੁਲ ਜੈਨੇਟਿਕ, ਜੀ ਹਾਂ, ਮੋਸਟ ਆਫ ਦਾ ਕੇਸਿਸ ਜੈਨੇਟਿਕ ਹੀ ਹੁੰਦੇ ਆ। ਤੇ ਇਹ ਇੱਕ ਜਨਰਲਾਈਜ਼ ਆਪਾਂ ਨਹੀਂ ਕਹਿ ਸਕਦੇ ਕਿ ਮਰੀਜ਼ ਨੂੰ ਮਿਰਗੀ ਦੀ ਦਵਾਈ 3 ਸਾਲ ਚੱਲਦੀ ਹੈ ਤੇ ਉਸ ਤੋਂ ਬਾਅਦ ਬੰਦ ਕੀਤੀ ਜਾਂਦੀ ਹੈ। ਇਹ ਡਿਪੈਂਡ ਕਰਦਾ ਕਿ ਕਾਰਨ ਕੀ ਹੈ ਤੇ ਉਸ ਹਿਸਾਬ ਨਾਲ ਦਵਾਈ ਚੱਲਦੀ ਹੈ। आई थिंक मेन चीज़ है कि टाइमली ट्रीटमेंट, उसके लिए हमारा इमरजेंसी डिपार्टमेंट 24 घंटे चलता है। हमारे डॉक्टर्स 24 घंटे अवेलेबल है। न्यूरो सर्जरी में भी हमारे डॉक्टर कभी कभी ओटी रात को भी कर देते हैं। इनके अलावा ऑन्कोलॉजी डिपार्टमेंट भी है हमारे पास, फुल फ्लेजेड है। हम ऑन्कोलॉजी, पल्मो, गैस्ट्रो, इंटरनल आइज़ का भी हमारे पास, तो पूरी सुपर स्पेशलिटीज़ एंड सेकेंडरी स्पेशलिटी भी हमारे पास है। वैसे कैंसर के पेशेंट बहुत आ रहे हैं, कैंसर के कारण क्या है, इसके लक्षण क्या है, कैसे पता चल सकता है कि आदमी को कैंसर हो गया? ज़्यादातर लास्ट स्टेज पे जाकर पता चलता है। कैंसर के लिए तो आई थिंक मेनली टाइमली डिटेक्शन तो मेन चीज़ है। तो अगर किसी को शक है तो आम आदमी देख के तो नहीं बता सकता कैंसर है, तो वो टेस्ट तो मेडिकल ऑन्कोलॉजिस्ट के पास टाइम से पहुंचना चाहिए और टेस्ट करवाना चाहिए। तो हमारे पास मेडिकल ऑन्कोलॉजिस्ट भी है, रेडिएशन भी है और सर्जिकल भी है, सारा है। तो मेनली टाइम से अगर आप कैच कर सकते हो बीमारी, तो फिर हम पकड़ सकते हैं फर्स्ट स्टेज पे। वैसे फिर हो ज़्यादातर अपने एरिया में ज़्यादा हो रहा है, तो कारण क्या है इसका, क्यों हो रहा है ये कैंसर आम लोगों में? कारण तो आई थिंक बहुत टाइम से यहाँ चल रहा है। लोग कहते हैं पानी का भी चक्कर है, तो कॉज तो हो सकते हैं, बहुत हो सकते हैं। एक पर्टिकुलर कॉज तो नहीं है ना।